Good morning, students. Today we are going to learn chapter 8 of history. Previous ਜਿਹੜਾ ਲੈਕਚਰ ਸੀਗਾ ਜੀ ਉਸ ਵਿੱਚ ਆਪਣਾ ਜਿਹੜਾ ਚੈਪਟਰ ਸਟਾਰਟ ਕੀਤਾ ਸੀ ਤੇ ਆਪਾਂ ਉਸ ਵਿੱਚ ਰੀਡ ਕੀਤਾ ਸੀ ਜਿਹੜਾ ਮੇਨ ਬੈਟਲ ਸੀਗੀਆਂ ਮੇਨ ਬੈਟਲਸ ਹੋਈਆਂ ਸੀਗੀਆਂ ਫਸਟ ਸਿੱਖ ਐਂਗਲੋ ਵਾਰ 'ਚ, ਠੀਕ ਹੈ। ਅਤੇ ਉਹਨਾਂ ਦਾ ਜਿਹੜੀਆਂ ਟਰੀਟੀਜ਼ ਹੋਈਆਂ ਸੀ ਉਹਨਾਂ ਨਾਲ ਰਿਲੇਟਡ ਉਹ ਪੜ੍ਹੀਆਂ, ਠੀਕ ਹੈ। ਨੈਕਸਟ ਆਪਾਂ ਟਰੀਟੀ ਪੜ੍ਹਨੀ ਆ, ਟਰੀਟੀ ਆਫ ਵੈਰੋਵਾਲ December 26, 1846 AD। ਜਿਹੜੀ ਵੈਰੋਵਾਲ ਦੀ ਟਰੀਟੀ ਹੋਈ ਸੀ 26 December 1846 ਉਸ ਬਾਰੇ। ਦੀ ਟਰੀਟੀ ਆਫ ਵੈਰੋਵਾਲ ਵਾਜ਼ ਸਾਈਨਡ ਆਫਟਰ ਦੀ ਟਰੀਟੀ ਆਫ ਲਾਹੌਰ। ਲਾਹੌਰ ਦੀ ਜਿਹੜੀ ਟਰੀਟੀ ਹੋਈ ਸੀ ਆਪਾਂ ਨੂੰ ਪਤਾ ਵੀ ਕਦੋਂ ਹੋਈ ਸੀਗੀ, ਉਹ 11 ਮਾਰਚ, ਠੀਕ ਹੈ। ਦੋ ਹੋਈਆਂ ਸੀ 9 ਮਾਰਚ ਨੂੰ, 9 ਮਾਰਚ ਨੂੰ ਅਤੇ 11 ਮਾਰਚ ਨੂੰ। ਅਤੇ ਉਸ ਤੋਂ ਬਾਅਦ ਉਸੇ ਸਾਲ 1846 ਨੂੰ ਜਿਹੜੀ ਵੈਰੋਵਾਲ ਦੀ ਜਿਹੜੀ ਟਰੀਟੀ ਹੁੰਦੀ ਹੈ। ਅਕੋਰਡਿੰਗ ਟੂ ਦੀ ਟਰੀਟੀ ਆਫ ਲਾਹੌਰ ਦੀ ਬ੍ਰਿਟਿਸ਼ ਆਰਮੀ ਵਾਜ਼ ਟੂ ਸਟੇ ਇਨ ਲਾਹੌਰ ਫਾਰ 1 year ਆਫਟਰ ਦੀ completion of 1 year. Harding thought of appointing a British regiment and also keeping the army in Lahore state. Maharani Jinda did not want this. A special meeting of ministers and Sardars of Lahore Darbar was convened on December 15, 1846 AD to discuss this issue. In the meeting, only those terms of Governor General were declared, which was related to keeping of British army in Lahore based on Treaty of 46 AD. On December 16, prominent Sardar signed the agreement except Maharani Jinda। ਦੇਖੋ ਬਾਕੀ ਜਿਹੜੇ ਹੁਣ ਕੀ ਸੀਗਾ, ਦੇਖੋ ਜਿਹੜੀ ਪਹਿਲਾਂ ਆਪਾਂ ਕਰੀਏ ਲਾਹੌਰ ਦੀ ਜਿਹੜੀ ਟਰੀਟੀ ਸੀ ਉਹ ਕੀ ਸੀਗਾ ਰਾਜੇ, ਇੱਕ ਤਰੀਕੇ ਨਾਲ ਵੀ ਪੂਰੇ ਇੱਕ ਸਾਲ ਲਈ ਬਣਾਈ ਗਈ ਸੀ। ਪਰ ਉਸ ਤੋਂ ਬਾਅਦ ਜਿਹੜਾ ਬ੍ਰਿਟਿਸ਼ ਗਵਰਨਰ ਜਨਰਲ ਲਾਰਡ ਹਾਰਡਿੰਗ ਸੀਗਾ, ਉਸਨੇ ਕੀ ਕੀਤਾ ਸੀ ਵੀ ਉਹਨੇ ਡਿਸਾਈਡ ਕੀਤਾ ਵੀ ਇੱਕ ਬ੍ਰਿਟਿਸ਼ ਰੈਜੀਡੈਂਟ ਅਤੇ ਆਰਮੀ ਨੂੰ ਲਾਹੌਰ ਸਟੇਟ ਤੱਕ ਰੱਖਿਆ ਜਾਵੇ, ਠੀਕ ਹੈ। ਇਸ ਦਾ ਵੀ ਪਿੱਛੇ ਜਿਹੜੇ ਰੀਜਨ ਸੀ, ਪਰ ਜਿਹੜੇ ਆਪਾਂ ਕਹਿ ਦਈਏ ਰਾਣੀ ਜਿੰਦਾ ਸੀ ਤਾਂ ਉਹ ਚੀਜ਼ ਦੇ ਨਾਲ ਐਗਰੀ ਨਹੀਂ ਕਰਦੇ ਸੀ, ਬਟ ਦੂਸਰੇ ਸਰਦਾਰ ਸੀ ਜਿਹੜੇ ਉਹਨਾਂ ਨੇ ਇਹ ਚੀਜ਼ਾਂ ਮੰਨ ਲਈਆਂ। ਕੀ ਟਰਮਸ ਆਫ ਟਰੀਟੀ, ਕੀ ਟਰਮਸ ਸੀ ਆਪਾਂ ਪੜ੍ਹਦੇ ਹਾਂ। ਦੇਖੋ ਇਹ ਬ੍ਰਿਟਿਸ਼ ਰੈਜੀਡੈਂਟ ਅਪੁਆਇੰਟਡ ਬਾਈ ਗਵਰਨਰ ਜਨਰਲ ਵੁੱਡ ਸਟੇ ਇਨ ਦੀ ਲਾਹੌਰ। ਅਤੇ ਇੱਕ ਬ੍ਰਿਟਿਸ਼ ਰੈਜੀਡੈਂਟ ਸੀ ਜਿਹੜਾ ਕਿ ਗਵਰਨਰ ਜਨਰਲ ਦੁਆਰਾ ਅਪੁਆਇੰਟ ਕੀਤਾ ਜਾਵੇਗਾ, ਉਹ ਲਾਹੌਰ ਵਿੱਚ ਰਹੇਗਾ। ਦੀ ਐਡਮਿਨਿਸਟ੍ਰੇਸ਼ਨ ਆਫ ਲਾਹੌਰ ਕਿੰਗਡਮ ਵੁੱਡ ਬੀ ਰਨ ਬਾਈ ਏ ਕਾਊਂਸਲ ਆਫ ਰੈਜੀਡੈਂਸੀ ਆਫ 8 ਸਰਦਾਰ ਟਿਲ ਦੀ ਟਾਈਮ ਮਹਾਰਾਜਾ ਦਲੀਪ ਸਿੰਘ ਵਾਜ ਏ ਮਿਨਰ। ਦੀ ਨੇਮ ਆਫ ਦੋ ਸਰਦਾਰ ਆਰ ਆਲਸੋ ਮੈਂਸ਼ਨ ਇਨ ਦੀ ਟਰੀਟੀ। ਹੁਣ ਕੀ ਸੀਗਾ, ਇੱਕ ਤਾਂ ਉਹ ਕਹਿੰਦੇ ਵੀ ਇੱਥੇ ਰੈਜੀਡੈਂਟ ਰਹੂਗਾ, ਠੀਕ ਹੈ, ਜਿਹੜਾ ਕਿ ਗਵਰਨਰ ਜਨਰਲ ਦੁਆਰਾ ਅਪੁਆਇੰਟ ਕੀਤਾ ਹੋ। ਦੂਸਰਾ ਇੱਕ ਕੌਂਸਲ ਆਫ ਰੈਜੈਂਸੀ, ਇੱਕ ਸੰਸਥਾ ਬਣਾਈ ਜਾਊਗੀ ਜਿਹੜੀ ਜਿਹ 'ਚ 8 ਸਰਦਾਰ ਹੋਣਗੇ, ਅਤੇ ਉਦੋਂ ਤੱਕ ਉਹ ਆਪਾਂ ਕਹੀਏ ਐਡਮਿਨਿਸਟ੍ਰੇਸ਼ਨ ਕਰੂਗੀ ਲਾਹੌਰ ਦਾ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਕੀ ਹੈ ਨਾਬਾਲਗ ਮਿਨਰ ਹੈ, ਠੀਕ ਹੈ। ਅਤੇ ਇਹਨਾਂ ਦੇ ਜਿਹੜੇ ਨਾਮ ਸੀ ਉਹ ਇਸ ਟਰੀਟੀ ਵਿੱਚ ਇੰਕਲੂਡ ਸੀ। ਦੀ ਕਾਊਂਸਲ ਆਫ ਰੈਜੈਂਸੀ ਵੁੱਡ ਲੁੱਕ ਆਫਟਰ ਦੀ ਐਡਮਿਨਿਸਟ੍ਰੇਟਿਵ ਵਰਕ ਔਨ ਦੀ ਡਿਵਾਈਸ ਆਫ ਬ੍ਰਿਟਿਸ਼ ਰੈਜੀਡੈਂਟ। ਅਤੇ ਜਿਹੜੀ ਇਹ ਕਾਊਂਸਲ ਆਫ ਰੈਜੈਂਸੀ ਸੀ ਉਹ ਜਿਹੜਾ ਬ੍ਰਿਟਿਸ਼ ਆਪਾਂ ਕਹਿੰਦੇ ਆਫਿਸਰ ਇੱਥੇ ਰੱਖਿਆ ਗਿਆ ਸੀਗਾ, ਉਸ ਦੇ ਅਕੋਰਡਿੰਗ ਕੀ ਹੈਗਾ ਇਹ ਕੰਮ ਕਰੂਗੀ। ਨੈਕਸਟ ਹੈ ਆਪਣੀ ਟਰਮ ਇਹਦੀ ਉਹ ਸੀਗੀ ਮਹਾਰਾਣੀ ਜਿੰਦਾ ਵਾਜ਼ ਦਿਸ ਐਸੋਸੀਏਟਿਡ ਫਰੋਮ ਦੀ ਕਿੰਗਡਮ। ਹੀ ਵਾਜ਼ ਗਿਵਨ ਐਨੂਅਲ ਪੈਨਸ਼ਨ ਆਫ 1.5 ਲੱਖ। ਦੇਖੋ ਜਿਹੜੀ ਮਹਾਰਾਣੀ ਜਿੰਦਾ ਸੀ ਉਹਨੂੰ ਐਡਮਿਨਿਸਟ੍ਰੇਸ਼ਨ ਤੋਂ ਵੱਖ ਕਰ ਦਿੱਤਾ ਗਿਆ, ਅਤੇ ਉਹਨਾਂ ਨੂੰ ਆਪਾਂ ਕਹਿ ਦਈਏ 1.5 ਲੱਖ ਰੁਪਏ ਜਿਹੜੀ ਉਹਨਾਂ ਦੀ ਪੈਨਸ਼ਨ ਆ ਉਹ ਫਿਕਸ ਕਰ ਦਿੱਤੀ ਗਈ। ਫਿਫਥ ਪੁਆਇੰਟ ਦੀ ਬ੍ਰਿਟਿਸ਼ ਆਰਮੀ ਵੁੱਡ ਸਟੇ ਐਟ ਲਾਹੌਰ ਫਾਰ ਪ੍ਰੋਟੈਕਸ਼ਨ ਆਫ ਦੀ ਮਹਾਰਾਜਾ ਐਂਡ ਟੂ ਮੇਨਟੇਨ ਪੀਸ ਐਂਡ ਆਰਡਰ। ਜਿਹੜੀ ਆਰਮੀ ਉਹ ਵੀ ਰਹੂਗੀ ਵੀ ਤਾਂ ਕਿ ਜਿਹੜਾ ਲਾ ਆਰਡਰ ਬਣਿਆ ਰਹੇ, ਠੀਕ ਹੈ, ਉੱਥੇ ਅਤੇ ਮਹਾਰਾਜੇ ਦੀ ਪ੍ਰੋਟੈਕਸ਼ਨ ਹੋ ਸਕੇ। ਦੀ ਬ੍ਰਿਟਿਸ਼ ਸੋਲਜਰ ਵੁੱਡ ਵੀ entitled to capture any fort of military cantonment in Lahore on the order of Governor General। ਉਹ ਕਹਿੰਦਾ ਹੁਣ ਗਵਰਨਰ ਜਨਰਲ ਤੋਂ ਬਿਨਾਂ ਕੁਛ ਵੀ ਨਹੀਂ ਉਹ ਕਰ ਸਕਦੇ ਜਿਹੜੇ ਬ੍ਰਿਟਿਸ਼ ਸੋਲਜਰ ਸੀ, ਠੀਕ ਹੈ, ਉਹਨਾਂ ਦੀ ਆਰਮੀ ਸੀਗੀ। 7th ਪੁਆਇੰਟ ਹੈ ਦੀ ਲਾਹੌਰ ਕਿੰਗਡਮ ਵੁੱਡ ਪੇ 22 ਲੱਖ annually to the British government for the expenditure of British army। ਉਹ ਕਹਿੰਦਾ 22 ਲੱਖ 22 ਲੱਖ ਰੁਪਈਆ ਲਗਭਗ ਐਨੂਅਲ ਜਿਹੜਾ
ਲਾਹੌਰ ਦਰਬਾਰ ਸੀ ਉਹ ਕਿਹਨੂੰ ਦੇ ਗਿਆ, ਬ੍ਰਿਟਿਸ਼ ਨੂੰ। ਕਿਸ ਚੀਜ਼ ਲਈ, ਜਿਹੜੀ ਆਰਮੀ ਦਾ ਖਰਚਾ ਹੋਇਆ ਸਾਰਾ ਉੱਤੇ ਐਕਸਪੈਂਡੀਚਰ ਕੀ ਹੁੰਦਾ ਜੀ, ਖਰਚਾ। ਦੀ ਟਰਮਸ ਆਫ ਟ੍ਰੀਟੀ ਵੁੱਡ ਰਿਮੇਨ ਇਨ ਫੋਰਸ ਸਟਿਲ ਮਹਾਰਾਜਾ ਦਲੀਪ ਸਿੰਘ ਅਨਟੇਨਸ ਅਡਲਟਹੁੱਡ। ਅਤੇ ਇਹ ਜਿਹੜੀ ਬਾਲਕ ਹੋਣ ਤੱਕ ਮਹਾਰਾਜਾ ਦਲੀਪ ਸਿੰਘ ਜੀ ਦੇ ਇਹ ਜਿਹੜੀ ਟਰਮ ਸੀ ਉਹ ਰਹਿਣੀਆਂ ਸੀਗੀਆਂ, ਠੀਕ ਹੈ। ਸਿਗਨੀਫਿਕੈਂਸ, ਹੁਣ ਇਸ ਦਾ ਮਹੱਤਵ ਕੀ ਸੀ। ਦੀ ਟ੍ਰੀਟੀ ਆਫ ਪੈਰੋਵਾਲ ਵਾਜ਼ ਸਿਗਨੀਫਿਕੈਂਟ ਇਨ ਦੀ ਹਿਸਟਰੀ ਆਫ ਪੰਜਾਬ ਐਂਡ ਇੰਡੀਆ। ਅਕੋਰਡਿੰਗ ਟੂ ਦਿਸ ਟ੍ਰੀਟੀ ਬ੍ਰਿਟਿਸ਼ ਬਿਕੇਮ ਦੀ ਮਾਸਟਰ ਆਫ ਪੰਜਾਬ। ਇਸ ਟ੍ਰੀਟੀ ਦੇ ਅਕੋਰਡਿੰਗ ਜਿਹੜੇ ਬ੍ਰਿਟਿਸ਼ ਸੀਗੇ ਉਹ ਪੰਜਾਬ ਦੇ ਮਾਸਟਰ ਬਣ ਗਏ ਸੀ, ਮਤਲਬ ਕਿ ਉਹਨਾਂ ਦੇ ਅੰਡਰ ਆ ਗਿਆ ਸੀ ਸਾਰਾ ਪੰਜਾਬ। ਦੀ ਬ੍ਰਿਟਿਸ਼ ਰੈਜ਼ੀਡੈਂਟ ਗੋਟ ਅਨਲਿਮਿਟਡ ਰਾਈਟ ਐਂਡ ਪਾਵਰ ਇਨ ਦੀ ਐਡਮਿਨਿਸਟ੍ਰੇਟਿਵ ਮੈਟਰ ਆਫ ਲਾਹੌਰ ਕਿੰਗਡਮ। ਅਤੇ ਜਿਹੜਾ ਉੱਥੇ ਬ੍ਰਿਟਿਸ਼ ਰੈਜ਼ੀਡੈਂਟ ਰਹਿੰਦਾ ਸੀ ਜਿਸ ਦੇ ਅਕੋਰਡਿੰਗ ਕੌਂਸਲ ਆਫ ਰੈਜੀਡੈਂਸੀ ਜਿਹੜੀ ਵਰਕ ਕਰਦੀ ਸੀ ਉਹ ਕੀ ਆ, ਉਸ ਨੂੰ ਬਹੁਤ ਸਾਰੀਆਂ ਪਾਵਰ ਅਤੇ ਰਾਈਟ ਅਧਿਕਾਰ ਮਿਲ ਗਏ ਸੀ। ਹੈਨਰੀ ਲਾਰੈਂਸ ਵਾਜ਼ ਅਪੁਆਇੰਟਡ ਦੀ ਫਸਟ ਬ੍ਰਿਟਿਸ਼ ਰੈਜ਼ੀਡੈਂਟ ਆਫ ਪੰਜਾਬ। ਅਤੇ ਉਸ ਟਾਈਮ ਲਾਹੌਰ ਦਾ ਜਿਹੜਾ ਫਸਟ ਰੈਜ਼ੀਡੈਂਟ ਸੀਗਾ ਕੌਣ ਸੀ, ਹੈਨਰੀ ਲਾਰੈਂਸ। ਕਈ ਵਾਰ ਸ਼ਾਰਟ ਕੁਐਸਚਨ ਰਾਜੇ ਪੁੱਛ ਲਿਆ ਕਰਦਾ, ਇਹਨੂੰ ਅੰਡਰਲਾਈਨ ਕਰ ਲਿਓ। ਨੈਕਸਟ ਆ ਸੈਕੰਡ ਪੁਆਇੰਟ, ਅਕੋਰਡਿੰਗ ਟੂ ਦਿਸ ਟ੍ਰੀਟੀ ਮਹਾਰਾਣੀ ਜਿੰਦਾ ਵਾਜ਼ ਦਿਸ ਐਸੋਸੀਏਟਡ ਫਰੋਮ ਦੀ ਐਡਮਿਨਿਸਟ੍ਰੇਸ਼ਨ after some time he was sent to Shekhupura, thereafter he was exiled and sent to Benares। ਠੀਕ ਹੈ, ਇਸ ਤੋਂ ਬਾਅਦ ਜਿਹੜੀ ਮਹਾਰਾਣੀ ਜਿੰਦਾ ਸੀ ਉਸ ਨੂੰ ਕੀ ਆ, ਇਸ 'ਤੇ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਲਾਹੌਰ ਦਾ ਉਸ ਤੋਂ ਵੱਖ ਕਰ ਦਿੱਤਾ ਗਿਆ ਅਤੇ ਉਹਨੂੰ ਸ਼ੇਖੂਪੁਰੇ ਭੇਜ ਦਿੱਤਾ ਗਿਆ। ਠੀਕ ਹੈ, ਉਸ ਤੋਂ ਬਾਅਦ ਉਹਨੂੰ ਜੇਲ੍ਹ ਵਿੱਚ ਸਿੱਟ ਦਿੱਤਾ ਗਿਆ ਜਿੱਥੇ ਕਿ ਭੇਜ ਦਿੱਤਾ ਗਿਆ ਉਹਨੂੰ ਬਨਾਰਸ। ਠੀਕ ਹੈ, ਨੈਕਸਟ ਆਪਣੇ ਕੋਲ ਰੀਜਨ ਫਾਰ ਨੋਟ ਅਨੈਕਸਿੰਗ ਪੰਜਾਬ ਬਾਏ ਬ੍ਰਿਟਿਸ਼ ਇਨ 1846 AD। ਹੁਣ ਉਹ ਕਹਿੰਦਾ ਉਹ ਰੀਜਨ ਕਿਹੜੇ ਸੀ ਜਿਨ੍ਹਾਂ ਦੇ ਅਕੋਰਡਿੰਗ ਪੰਜਾਬ ਨੂੰ ਦੇਖੋ ਅਧਿਕਾਰ ਤਾਂ ਪੂਰੀ ਤਰ੍ਹਾਂ ਕਰ ਲਿਆ ਸੀ, ਹੁਣ ਹੇਠਾਂ ਤਾਂ ਆ ਗਿਆ ਸੀ ਪੰਜਾਬ ਅੰਗਰੇਜ਼ਾਂ ਦੇ ਪੂਰੇ ਅਧਿਕਾਰ ਹੇਠਾਂ, ਬਟ ਇਹਨਾਂ ਨੂੰ ਪੰਜਾਬ ਨੂੰ ਉਹਨਾਂ ਨੇ ਆਪਣੇ ਸਾਮਰਾਜ 'ਚ ਆਪਣੇ ਅੰਪਾਇਰ 'ਚ ਨਹੀਂ ਮਿਲਾਇਆ। ਕਿਉਂ, ਉਹਦਾ ਰੀਜਨ ਕੀ ਸੀ। ਲਾਰਡ ਹਾਰਡਿੰਗ ਡਿਡ ਨਾਟ ਅਨੈਕਸ ਪੰਜਾਬ ਟੂ ਬ੍ਰਿਟਿਸ਼ ਅੰਪਾਇਰ ਈਵਨ ਆਫਟਰ ਦੀ ਡਿਫੀਟ ਆਫ ਸਿਕਸ ਇਨ ਦੀ ਫਸਟ ਐਂਗਲੋ ਸਿੱਖ ਵਾਰ। ਭਾਵੇਂ ਸਿੱਖ ਵਾਰ ਫਸਟ ਐਂਗਲੋ ਜਿਹੜੀ ਸਿੱਖ ਵਾਰ 'ਚ ਉਸ ਅੰਗਰੇਜ਼ ਜਿੱਤ ਗਏ ਸੀ, ਅੰਗਰੇਜ਼ਾਂ ਸਿੱਖਾਂ ਨੂੰ ਹਰਾ ਦਿੱਤੇ, ਪਰ ਉਹਨਾਂ ਨੇ ਪੰਜਾਬ ਨੂੰ ਆਪਣੇ ਅੰਪਾਇਰ 'ਚ ਅਨੈਕਸ ਨਹੀਂ ਕੀਤਾ, ਮਿਲਾਇਆ ਨਹੀਂ। ਇਟ ਹੈਵ ਫੋਲੋਇੰਗ ਰੀਜਨ, ਕਈ ਰੀਜਨ ਸੀ, ਦੇਖੋ ਕਿਹੜੇ ਰੀਜਨ ਨੇ। ਆਲਥੋ ਭਾਵੇਂ ਦੀ ਸਿੱਖ ਵਾਰ ਡਿਫੀਟਡ ਇਨ ਦੀ ਬੈਟਲ ਆਫ ਮੁਦਕੀ ਫਿਰੋਜ਼ਾ ਐਂਡ ਸਪਰਾਉਂ ਵਟ ਟਿਲ ਦੀ ਸਿੱਖ ਸੋਲਜਰ ਵਾਰ ਕੈਂਪਿੰਗ ਐਟ ਲਾਹੌਰ, ਅੰਮ੍ਰਿਤਸਰ, ਪਿਸ਼ਾਵਰ। ਚਾਹੇ ਆਪਾਂ ਕਹਿ ਦਈਏ ਫਿਰੋਜ਼ਾ ਹੋ ਗਿਆ, ਠੀਕ ਹੈ, ਮੁਦਕੀ ਹੋ ਗਿਆ, ਸਮਰਾਉਂ ਹੋ ਗਿਆ, ਇੱਥੇ ਸਿੱਖ ਹਾਰ ਗਏ ਸੀ, ਪਰ ਹਲੇ ਵੀ ਕਈ ਸਿੱਖ ਜਿਹੜੀਆਂ ਕੰਪਨੀਆਂ ਸੀ ਉਹ ਆਪਾਂ ਇਹ ਕਿਤੇ ਨਾ ਕੈਂਪ ਲਾ ਕੇ ਆਪਣੇ ਲਾਹੌਰ, ਅੰਮ੍ਰਿਤਸਰ, ਪਿਸ਼ਾਵਰ ਵਿਖੇ ਬੈਠੇ ਸੀ ਸਿੱਖ ਹਲੇ ਵੀ। ਇਫ ਦੀ ਬ੍ਰਿਟਿਸ਼ ਹੈਡ ਅਨੈਕਸ ਪੰਜਾਬ ਦੇ ਵੁੱਡ ਹੈਵ ਟੂ ਫਾਈਟ ਵਿਦ ਦੋ ਸੋਲਜਰ। ਅਤੇ ਜੇ ਉਹ ਪੰਜਾਬ ਨੂੰ ਆਪਾਂ ਕਹਿ ਦਈਏ ਬ੍ਰਿਟਿਸ਼ ਅੰਪਾਇਰ 'ਚ ਮਿਲਾ ਲੈਂਦੇ, ਠੀਕ ਹੈ, ਤਾਂ ਜਿਹੜੇ ਅੰਗਰੇਜ਼ ਸੀ ਉਹਨਾਂ ਨੂੰ ਇਹਨਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਇਹ ਸੋਲਜਰ ਸੀ। ਸੈਕਿੰਡ ਹੈ ਟੂ ਮੇਨਟੇਨ ਲਾਅ ਐਂਡ ਆਰਡਰ ਇਨ ਪੰਜਾਬ ਦੀ ਐਕਸਪੈਂਡੀਚਰ ਵੁੱਡ ਹੈਵ ਬੀਨ ਮੋਰ ਦੈਨ ਦੀ ਇਨਕਮ ਐਂਡ ਲਾਰਡ ਹਾਰਡਿੰਗ ਡਿਡ ਨਾਟ ਵਾਂਟ ਟੂ ਇਨਕਰੀਜ਼ ਦੀ ਐਕਸਪੈਂਡੀਚਰ ਬਾਏ ਅਨੈਕਸਿੰਗ ਪੰਜਾਬ ਟੂ ਬ੍ਰਿਟਿਸ਼ ਅੰਪਾਇਰ। ਦੂਸਰਾ ਕੀ ਸੀਗਾ, ਉਹ ਕਹਿੰਦਾ ਵੀ ਇੱਥੇ ਪੰਜਾਬ 'ਚ ਲਾਅ ਐਂਡ ਆਰਡਰ ਬਣਾਉਣ ਲਈ ਬਹੁਤ ਜ਼ਿਆਦਾ ਖਰਚਾ ਉਹਨਾਂ ਨੂੰ ਕਰਨਾ ਪੈਂਦਾ, ਠੀਕ ਹੈ, ਜਿਹੜਾ ਕਿ ਇਨਕਮ ਤੋਂ ਜ਼ਿਆਦਾ ਸੀ। ਇਸ ਕਰਕੇ ਜਿਹੜਾ ਲਾਰਡ ਹਾਰਡਿੰਗ ਸੀ ਉਹ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦਾ ਖਰਚਾ ਨਹੀਂ ਵਧਾਉਣਾ ਚਾਹੁੰਦਾ ਸੀ। ਠੀਕ ਹੈ, ਥਰਡ ਪੁਆਇੰਟ ਦੀ ਸਿੱਖ ਕਿੰਗਡਮ ਵਾਜ਼ ਬਫਰ ਬਿਟਵੀਨ ਦੀ ਬ੍ਰਿਟਿਸ਼ ਅੰਪਾਇਰ ਐਂਡ ਦੀ ਅਫਗਾਨਿਸਤਾਨ। ਅਤੇ ਜਿਹੜੀ ਇਹ ਆਪਾਂ ਕਹਿ ਦਈਏ ਇੱਕ ਤਰ੍ਹਾਂ ਦਾ ਬਾਰਡਰ ਸੀਗਾ, ਠੀਕ ਹੈ, ਇੱਕ ਅਫਗਾਨਿਸਤਾਨ ਅਤੇ ਜਿਹੜੇ ਬ੍ਰਿਟਿਸ਼ ਦੇ ਵਿਚਕਾਰ, ਜੇ ਉਹਨੂੰ ਮਿਲਾ ਲੈਂਦੇ ਤਾਂ ਸਿੱਧਾ ਉਹਨਾਂ ਨਾਲ ਟੱਕਰਾ ਕਿੰਨਾ ਹੋਣਾ ਸੀ, ਅਫਗਾਨਿਸਤਾਨ ਨਾਲ। ਲਾਰਡ ਹਾਰਡਿੰਗ ਵਾਂਟਡ ਟੂ enter into such a alliance with the Punjabi which could weaken Punjab so that he could annex Punjab whatever he wanted। ਉਹ ਕਹਿੰਦਾ ਜਿਹੜਾ ਹਾਰਡਿੰਗ ਸੀ ਉਹ ਇੱਕ ਤਰ੍ਹਾਂ ਪੰਜਾਬ ਨੂੰ ਆਪਾਂ ਕਹਿੰਦੇ ਕਮਜ਼ੋਰ ਕਰਨਾ ਚਾਹੁੰਦਾ ਸੀ ਸੰਧੀਆਂ ਕਰਕੇ, ਠੀਕ ਹੈ, ਜਿਹੜਾ ਉਸਨੇ ਇੱਦਾਂ ਕੀਤਾ ਮਤਲਬ ਕਿ ਟਰੀਟੀ ਵਗੈਰਾ ਕਰਕੇ। ਹਾਂਜੀ ਤਾਂ ਜੀ ਇਹ ਆਪਣੀ ਕਿਹੜੀ ਟਰੀਟੀ ਸੀ, ਦੀ ਟਰੀਟੀ ਆਫ ਵੈਰੋਵਾਲ, ਠੀਕ ਹੈ। ਇਹਨੂੰ ਬਹੁਤ ਹੀ ਇੰਪੋਰਟੈਂਟ ਇਹ ਟਰੀਟੀ ਆ, ਅਲਾਇੰਸ ਆ ਜਿਹੜੀ ਸਿੱਖਾਂ ਅਤੇ ਬ੍ਰਿਟਿਸ਼ ਜਿਹੜੇ ਸੀ ਉਹਨਾਂ ਵਿਚਕਾਰ ਹੋਈ ਸੀ, ਠੀਕ ਹੈ। ਇਸ ਨੂੰ ਪੂਰੇ ਧਿਆਨ ਨਾਲ ਪੜ੍ਹਨਾ, ਠੀਕ ਹੈ, ਸੁਣਨਾ ਅਤੇ ਇਹਦੇ ਜਿਹੜੇ ਕੀ ਰਿਜ਼ਲਟ ਸੀ, ਕੀ ਸਿਗਨੀਫਿਕੈਂਸ ਸੀ, ਠੀਕ ਹੈ। ਇਹ ਜਿੰਨਾ ਅੱਜ ਆਪਾਂ ਕਰਵਾਇਆ ਬਹੁਤ ਹੀ ਇੰਪੋਰਟੈਂਟ ਆ, ਬਹੁਤ ਹੀ ਇੰਪੋਰਟੈਂਟ ਟੋਪਿਕ ਹੈ ਇਹ। ਇਸ ਤੋਂ ਸ਼ਾਰਟ ਕੁਐਸਚਨ, ਠੀਕ ਹੈ, ਲੌਂਗ ਕੁਐਸਚਨ, ਹਰ ਇੱਕ ਪ੍ਰਕਾਰ ਦੇ ਜਿਹੜੇ ਕੁਐਸਚਨ ਬਣਦੇ ਨੇ, ਠੀਕ ਹੈ, ਅਤੇ ਪੇਪਰ 'ਚ ਆਉਂਦੇ ਜ਼ਰੂਰ ਨੇ, ਠੀਕ ਹੈ। ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇਹ ਚੈਪਟਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦੋਨੋਂ ਜਿਹੜੀਆਂ ਸਿੱਖ ਵਾਰ ਨੇ, ਫਸਟ ਐਂਗਲੋ ਸਿੱਖ ਵਾਰ ਅਤੇ ਸੈਕਿੰਡ ਐਂਗਲੋ ਸਿੱਖ ਵਾਰ, ਇਹਦੀਆਂ ਪ੍ਰੋਪਰ ਡੇਟਸ ਤੁਸੀਂ ਯਾਦ ਕਰਨੀਆਂ ਨੇ, ਠੀਕ ਹੈ। ਪ੍ਰੋਪਰ ਜਿਹੜੇ ਆਪਾਂ ਕਹਿ ਦਈਏ ਜਿਹੜੇ ਰੀਜਨਸ ਨੇ, ਕਿਹੜੀਆਂ ਕਿਹੜੀਆਂ ਬੈਟਲਸ ਨੇ, ਠੀਕ ਹੈ, ਕਿੱਥੇ ਕਿੱਥੇ ਹੋਈਆਂ ਨੇ, ਉਹ ਹਰ ਇੱਕ ਚੀਜ਼ ਤੁਸੀਂ ਇਹਨੂੰ ਯਾਦ ਕਰਨੀ ਹੈ।
ਠੀਕ ਹੈ। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਸੀ ਉਹ ਇੱਥੇ ਤੱਕ ਹੀ ਹੈ, ਅਤੇ ਕੱਲ੍ਹ ਨੂੰ ਆਪਾਂ ਜਿਹੜਾ ਸੈਕਿੰਡ ਸਟਾਰਟ ਕਰਾਂਗੇ, ਸੈਕਿੰਡ ਐਂਗਲੋ ਸਿੱਖ ਵਾਰ ਜਿਹੜਾ ਹੋਈ ਸੀ, ਠੀਕ ਹੈ। ਉਸ ਲਈ ਆਪਾਂ ਕਾਜ਼ਸ ਕਰਾਂਗੇ, ਉਸ ਲਈ ਆਪਾਂ ਬੈਟਲ ਸਟਾਰਟ ਕਰਾਂਗੇ, ਠੀਕ ਹੈ ਰਾਜੇ।